अस्सलाम वालेकुम। वालेकुम सलाम जी, ਕੀ ਹਾਲ ਹੈ ਸਰ? अल्हम्दुलिल्लाह। अपना नाम दस्सिओ जरा। ਮੇਰਾ ਨਾਮ ਹੈ ਜੀ ਤਾਰਿਕ ਮਹਿਮੂਦ। हाजी साहब ਇਹ ਕਿਹੜੀ ਜਗ੍ਹਾ ਜੇ? ਇਹ ਪਾਕਪੁਰਾ ਗਲੀ ਨੰਬਰ 5 ਜੀ, ਠੀਕ ਹੈ ਸਿਟੀ ਸੈਲਕੋਟ। ਠੀਕ ਹੈ। ਹਾਜੀ ਸਾਹਿਬ ਮਾਸ਼ਾਅੱਲਾ ਕਿੰਨੀ ਦੇਰ ਤੋਂ ਤੁਸੀਂ ਜਾਨਵਰਾਂ ਦਾ ਕੰਮ ਕਰ ਰਹੇ ਹੋ? ਮੈਂ ਵਾਲੇ ਦੇ ਟਾਈਮ ਤੋਂ ਕਰਨਾ ਪਿਆ ਜੀ ਕੰਮ ਇਸ ਯਾਨੀ ਸਾਨੂੰ ਕਹਿਣ ਦੋ ਕਿ ਤਕਰੀਬਨ ਕੋਈ 40-50 ਸਾਲ ਦਾ ਤਜਰਬਾ ਹੈ ਹਾਂ ਤੁਹਾਡਾ। ਤਕਰੀਬਨ 40 ਕੁ ਸਾਲ ਕਹਿ ਸਕਦੇ ਤੁਸੀਂ। ਸਹੀ ਹੋ ਗਿਆ। ਅੱਛਾ ਹਾਜੀ ਸਾਹਿਬ ਇਹ ਦੱਸੋ ਕਿ ਇਸ ਕੰਮ ਨੂੰ ਤੁਸੀਂ ਕਿਸ ਤਰ੍ਹਾਂ ਦਾ ਪਾਇਆ ਹੈ? ਅੱਛਾ ਕੰਮ ਹੈ, ਕਰਨਾ ਚਾਹੀਦਾ ਹੈ ਜਾਂ ਬੁਰਾ ਕੰਮ ਹੈ? ਕੰਮ ਤੇ ਬਿਹਤਰੀਨ, ਵੈਸੇ ਅੰਬੀਆ ਅਲੈਹਿਸਲਾਮ ਦੀ ਸੁਨਨਤ ਮੁਬਾਰਕ ਹੈ। ਮਾਸ਼ਾਅੱਲਾ ਇਸ ਤੋਂ ਅੱਗੇ ਤੇ ਕੋਈ ਚੀਜ਼ ਨਹੀਂ ਰਚਾ ਸਕਦੀ ਸਹੀ ਹੈ। ਤੇ ਬਿਹਤਰੀਨ ਮਾਰਜਨ ਵੀ ਇਹਦੇ 'ਚ। ਅੱਛਾ। ਲੇਕਿਨ ਕੰਮ ਜਿਹੜਾ ਨਾ ਮਸ਼ੱਕਤ ਤਲਬ ਹੈ, ਛੁੱਟੀ ਕੋਈ ਨਹੀਂ ਤੁਹਾਨੂੰ ਹੋ ਸਕਦੀ ਕਿਸੇ ਹਾਲ 'ਚ ਵੀ। ਯਾਨੀ ਤੁਹਾਡਾ 12 ਮਹੀਨੇ ਦਾ ਕੰਮ ਜਿਹੜਾ ਰੂਟੀਨ ਕਰਨਾ ਪੈਣਾ। ਤੁਸੀਂ ਬਾਰਿਸ਼ ਹੋਵੇ, ਹਨੇਰੀ ਹੋਵੇ, ਤੂਫਾਨ ਹੋਵੇ, ਤੁਹਾਨੂੰ ਕੰਮ ਕਰਨਾ ਪੈਣਾ। ਬਿਲਕੁਲ ਮਿਹਨਤ ਤਲਬ ਕੰਮ ਹੈ, ਲੇਕਿਨ ਤੁਹਾਡੀ ਨਜ਼ਰ 'ਚ ਮੁਨਾਫਾ ਵੀ ਹੈ। ਮੁਨਾਫਾ ਵੀ ਹੈ ਜੀ, ਬੜਾ ਅੱਛਾ ਮੁਨਾਫਾ ਹੈ ਜੀ। ਹਾਜੀ ਸਾਹਿਬ ਕੀ ਗੱਲ ਹੈ ਕਿ ਤੁਸੀਂ ਮੱਝਾਂ ਨੂੰ ਛੱਡ ਕੇ ਤੇ ਸਿਰਫ ਗਾਈਆਂ ਨੂੰ ਪ੍ਰੈਫਰ ਦਿੱਤੀ ਹੈ? ਕੁਝ ਫਿਲਹਾਲ ਤੇ ਮੇਰੇ ਕੋਲ ਥੋੜੀ ਜਿਹੀ ਜਿਹੜੀ ਇਹਨਾਂ ਜਗ੍ਹਾ ਦੀ ਕਾਫੀ ਪ੍ਰੋਬਲਮ ਹੈ, ਜਿਹਦੀ ਵਜ੍ਹਾ ਨਾਲ ਮੈਂ ਇੱਥੇ ਜਗ੍ਹਾ ਅਜ਼ਾਫੀ ਜਿਹੜੀਆਂ ਮੱਝਾਂ ਨਹੀਂ ਰੱਖ ਸਕਦਾ। 12 ਮਰਲੇ ਜਗ੍ਹਾ 'ਚ ਹੁਣ 22-25 ਜਾਨਵਰ 26 ਜਾਨਵਰ ਨੇ ਇਹੋ ਜਾ ਸਕਦੇ ਨੇ। ਇੱਥੇ ਮੱਝਾਂ ਦੀ ਗੁੰਜਾਇਸ਼ ਨਹੀਂ ਫਿਲਹਾਲ। यानी ਕੁਝ कैपेसिटी इशू है। ਕੁਝ ਕੈਸ਼ ਪ੍ਰੋਬਲਮ ਹੈ। ठीक है। ਅੱਛਾ ਹਾਜੀ ਸਾਹਿਬ ਤੁਸੀਂ ਦੱਸਿਆ ਕੈਸ਼ ਪ੍ਰੋਬਲਮ ਵਿੱਚ ਆਦਮੀ ਕੈਸ਼ ਪ੍ਰੋਬਲਮ ਤੋਂ ਮੁਰਾਦ? ਕੈਸ਼ ਪ੍ਰੋਬਲਮ ਤੋਂ ਕੈਸ਼ ਨਹੀਂ ਹੈ, ਐਕਸਟਰਾ ਮੈਂ ਮੱਝਾਂ ਨਹੀਂ ਲਿਖ ਨਹੀਂ ਸਕਦਾ। ਸਹੀ ਹੋ ਗਿਆ। ਹਾਂ ਅਗਰ ਬੈਂਕ ਕਿਸੇ 'ਚ ਮੈਂ ਲੋਨ ਲਵਾਂ ਤਾਂ ਉਹਦੇ ਤੇ ਉਹ ਜਿਹੜੀ ਹੈ ਨਾ ਪਰਸੈਂਟੇਜ ਬੜੀ ਜ਼ਿਆਦਾ ਹੈ, ਤੇ ਵੈਸੇ ਸੂਦ ਦੇ ਸਮਝ ਆ ਜਾਂਦਾ। ਜਿਹੜਾ ਸਾਡਾ ਇਸਲਾਮੀ ਬੈਂਕ ਹੈ ਉਹ ਆਈ ਮਾਈ ਮਾੜੇ ਮੋੜੇ ਬੰਦੇ ਨੂੰ ਦਿੰਦਾ ਕੱਖ ਨਹੀਂ। ਉਹ ਜਿਹੜੀਆਂ ਪਾਰਟੀਆਂ ਨੇ ਉਹ ਲੈ ਲੂ ਜਾਂਦੀਆਂ ਨੇ ਸਾਰਾ ਕੁਝ। ਸਹੀ ਹੋ ਗਿਆ। ਅੱਛਾ ਜੀ ਸਾਹਿਬ ਤੁਸੀਂ ਇੱਕ ਬੜੀ ਮੁਫੀਦ ਗੱਲ ਦੱਸੀ ਹੈ ਸ਼ੁਰੂ ਤੋਂ ਕਿ ਇਹ ਪ੍ਰੋਫਿਟੇਬਲ ਕੰਮ ਹੈ। ਹਾਂ ਪ੍ਰੋਫਿਟੇਬਲ ਕੰਮ ਕਿਸ ਤਰ੍ਹਾਂ ਜ਼ਿਆਦਾ ਤੋਂ ਜ਼ਿਆਦਾ ਪ੍ਰੋਫਿਟ ਕਮਾ ਸਕਨੇ ਆ ਅਸੀਂ? ਜ਼ਿਆਦਾ ਜ਼ਿਆਦਾ ਪ੍ਰੋਫਿਟ ਇਹੋ ਜਿਹੀ ਕਿ ਜਿਹੜਾ ਤੁਸੀਂ ਜਾਨਵਰ ਰੱਖਣਾ 18 ਤੋਂ 20 ਕੇਜੀ ਦੇ ਥੱਲੇ ਤੁਹਾਨੂੰ ਜਾਨਵਰ ਵਾਰਾ ਨਹੀਂ ਖਾਂਦਾ ਕੋਈ। 18-20 ਕੇਜੀ ਜਿਹੜਾ ਦੁੱਧ ਦਿੰਦਾ ਹੋਵੇ ਜਾਨਵਰ, ਉਹ ਜਾਨਵਰ ਤੁਹਾਨੂੰ ਵਾਰੇ 'ਚ। ਯਾਨੀ ਨੌਜਵਾਨ ਜਿਹੜੇ ਆ ਕਾਰੋਬਾਰ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕੀ ਮਸ਼ਵਰਾ ਦੇਵੋਗੇ? ਨੌਜਵਾਨ ਜਿਹੜੇ ਨੇ ਕਰਨੇ ਨੂੰ ਕੰਮ ਨੂੰ ਐਡਾ ਲੰਮੇ ਚੜੀ ਮਾਰਜਨ ਵੀ ਨਹੀਂ, ਪੈਸਾ ਵੀ ਨਹੀਂ ਚਾਹੀਦਾ। 8-10 ਜਾਨਵਰ ਤੋਂ ਬੰਦਾ ਜਿਹੜਾ ਸ਼ੁਰੂ ਕਰੇ ਉਹ ਕਾਫੀ ਬਿਹਤਰ ਕੰਪਨੀਆਂ ਨੇ। ਇਸ ਵਾਰ ਘਰ ਬਹਿ ਕੇ ਬੜੀ ਆਸਾਨੀ ਨਾਲ ਪੈਸੇ ਕਮਾ ਸਕਦੇ। यानी नौकरी की निस्बत ਬਹੁਤ ज़ाती कारोबार अच्छा है। ਨੌਕਰੀ ਨਾਲੋਂ 3-4 ਗੁਣਾ ਜ਼ਿਆਦਾ ਘਰ ਬਹਿ ਕੇ ਕਮਾ ਸਕਦੇ। ठीक है। ਜੇ ਕੋਈ 25-30 ਹਜ਼ਾਰ ਰੁਪਏ ਕੰਪਨੀ ਨੂੰ ਕਿਸੇ ਨੂੰ ਦਿੰਦੀ ਹੈ ਵੀ ਫਾਰ ਐਗਜ਼ਾਮਪਲ ਆਰਡਰ ਟੇਕਰ ਨੂੰ ਜਾਂ ਸੇਲਮੈਨ ਨੂੰ, ਤਾਂ ਲੱਖ, ਸਵਾ ਲੱਖ, 1.5 ਲੱਖ ਰੁਪਏ ਕੱਢ ਸਕਦਾ ਬੜੀ ਆਸਾਨੀ ਨਾਲ। ਤੁਸੀਂ ਇਹ ਸ਼ਹਿਰ 'ਚ ਰਹਿੰਦੇ ਹੋਇਆ ਇਹ ਕਿਸ ਤਰ੍ਹਾਂ ਮੈਨੇਜ ਕਰ ਪਾ ਰਹੇ ਹੋ? ਮੈਂ ਸ਼ਾਇਦ ਸਾਰਾ ਕੁਝ ਜਿਹੜਾ ਨਾ ਮੁੱਲ ਖਰੀਦ ਕੇ ਲੈਣ ਪਾ ਰਿਹਾ ਸਰਕਾਰ। ਮੁੱਲ ਖਰੀਦ ਕੇ? ਹਾਂ ਸਾਰਾ ਗੰਡਾ ਵੀ, ਤੂੜੀ ਵੀ, ਚਟਾਲਾ ਪੱਠੇ ਵੀ, ਜਿਹੜਾ ਹਰਾ ਸਬਜ਼ਾ ਚਾਰਾ ਵੀ। ਜਿਹੜੇ ਲੋਕ ਹਰਾ ਸ਼ਟਾਲਾ ਤੁਹਾਨੂੰ ਦਿੰਦੇ ਨੇ ਜਾਂ ਤੂੜੀ ਦਿੰਦੇ ਨੇ ਉਹ ਤੁਹਾਡੇ ਇੱਥੇ ਪਹੁੰਚਾ ਜਾਂਦੇ ਨੇ, ਤੁਸੀਂ ਜਾ ਕੇ ਲਿਆਉਂਦੇ? ਨਹੀਂ ਇੱਥੇ ਪਹੁੰਚਾ ਜਾਂਦੇ ਨੇ, ਲੇਕਿਨ ਉਹਦੇ ਵਿੱਚ ਉਹ ਐਕਸਟਰਾ ਚਾਰਜਿਸ ਇਸਤੇਮਾਲ ਕਰਦੇ। ਅੱਛਾ ਕਿਉਂਕਿ ਮਾਨਕ ਚੀਜ਼ ਜਾ ਰਹੀ ਉਹਦੇ ਪਿੱਛੋਂ 35-40 ਰੁਪਏ ਐਕਸਟਰਾ ਲਾਉਂਦੇ ਨੇ ਸਾਨੂੰ ਠੀਕ ਹੈ। ਇੱਥੇ ਡੇਰੇ ਤੇ ਪਹੁੰਚਾਉਣ ਦੇ। ਇਸ ਟਾਈਮ ਤੁਹਾਡੇ ਕੋਲ ਕਿੰਨੇ ਜਾਨਵਰ ਇਸ ਟਾਈਮ ਮੇਰੇ ਕੋਲ ਕੋਈ 24 ਜਾਨਵਰ ਨੇ। ਜਿਹਦੇ 'ਚ ਵੱਡੀਆਂ ਗਾਈਆਂ ਕਿੰਨੀਆਂ ਨੇ? ਵੱਡੀਆਂ ਗਾਈਆਂ ਨੇ 13 ਨੇ, ਅੱਛਾ ਕੋਈ ਜਿਹੜੀਆਂ 7-8 ਬੱਚੀਆਂ ਨੇ, ਕੋਈ 2-3 ਬੱਚੇ ਨੇ, ਹਾਂ ਇੱਕ ਬੱਕਰਾ ਹੈ। ਠੀਕ ਹੈ। ਰੋਜ਼ਾਨਾ ਦੀ ਕਿੰਨੀ ਤੂੜੀ ਖਾ ਜਾਂਦੇ ਨੇ? ਰੋਜ਼ਾਨਾ ਦੀ ਮੇਰੀ ਅੱਜ ਖਾਂਦੇ ਨੇ ਪੇਟੀ 3 ਮਣ ਤੂੜੀ। 3 ਮਣ ਤੂੜੀ? 3-3.5 ਮਣ ਤੂੜੀ ਵੀ ਲੱਗਦੀ ਹੈ। ਅੱਛਾ 10 ਮਣ ਪੱਠੇ ਲੱਗ ਜਾਂਦੇ ਨੇ। ਹਰੇ ਦੇ? ਹਾਂ ਹਰੇ ਦੇ ਚਟਾਲਾ ਲੱਗ ਜਾਂਦਾ ਹੈ। ਤੇ ਕੋਈ 2-3 ਬੋਰੇ ਜਿਹੜੇ ਨੇ ਵੰਡੇ ਦੇ ਇਸਤੇਮਾਲ ਚ ਆਉਂਦੇ। ਵੰਡੇ ਦੇ ਵਿੱਚ ਕਿਹੜੀ ਚੀਜ਼ਾਂ ਵੰਡੇ ਵਿੱਚ ਅਸੀਂ ਕੜਾ ਇਸਤੇਮਾਲ ਕਰਨੇ ਆ, ਅੱਛਾ ਚੋਕਰੇ, ਠੀਕ ਹੈ। ਤੇ ਕੋਸ਼ਿਸ਼ ਕਰੀ ਦੀ ਹੈ ਕਿ ਜਿਹੜੀਆਂ ਦਾਲਾਂ ਨੇ ਨਾ ਮਿਕਸ, ਜੋ ਹੋਲਸੇਲ ਨਾਲ ਕੋਲ ਐਕਸਟਰਾ ਜਿਹੜੇ ਛਾਂਟ ਕੇ ਕੱਢਦੇ ਨੇ ਉਹ ਲੈ ਕੇ ਪਿਆ ਲਈ। ਠੀਕ ਹੈ। ਉਹ ਤਾਂ ਮੁਨਾਸਬ ਰੇਟ 'ਚ ਪੈ ਜਾਣਗੀਆਂ, ਦੂਸਰੀਆਂ ਬੜੀ ਮਹਿੰਗੀਆਂ ਦਾ ਉਹ ਮੁਨਾਸਬ ਰੇਟ 'ਚ ਮੁਨਾਸਬ ਰੇਟ ਪੈ ਜਾਏ। ਠੀਕ ਹੈ। ਤੇ ਇਹ ਸਾਰੀ ਚੀਜ਼ਾਂ ਪਾ ਕੇ ਤੁਹਾਡੇ ਜਾਨਵਰ ਰੋਜ਼ਾਨਾ ਕਿੰਨਾ ਖਰਚਾ ਕਰਵਾ ਰਹੇ ਨੇ? ਮੈਂ ਜਾਨ ਤਕਰੀਬਨ 6,500 ਰੁਪਏ ਦਾ ਡੇਲੀ ਦਾ ਖਰਚਾ ਮੇਰਾ। 6,500 ਰੁਪਏ 6,000 ਪਰ ਹੈਡ ਤੇ ਪਰ ਡੇ। ਮਾਸ਼ਾਅੱਲਾ। ਤੇ ਅੱਜ ਕੱਲ੍ਹ ਕਿਉਂਕਿ ਸਰਦੀ ਸ਼ਰੀਰ ਦੇ ਜਾਨਵਰ ਦੁੱਧ ਵੀ ਘਟਾ ਜਾਂਦੇ ਨੇ, ਤੁਹਾਡੇ ਜਾਨਵਰ ਕਿੰਨਾ ਦੁੱਧ ਦੇ ਰਹੇ ਨੇ? ਜਾਨਵਰ ਦੁੱਧ ਘਟਾਉਂਦੇ ਉਦੋਂ ਹੀ ਨਾ ਜਦੋਂ ਤੁਸੀਂ ਉਹਨਾਂ ਦੀ ਮੁਨਾਸਬ ਦੇਖਭਾਲ ਨਾ ਕਰੋ। ਠੀਕ ਹੈ। ਉਹਨਾਂ ਨੂੰ ਸਹੀ ਤਰ੍ਹਾਂ ਪਾਓ ਨਾ, ਦੂਸਰੀ ਸ਼ਕਲ ਜਾਨਵਰ ਦੁੱਧ ਨਹੀਂ ਘਟਾਉਂਦੇ। ਯਾਨੀ ਮੇਰਾ ਤਜਰਬਾ ਹੈ ਕਿ ਦੁੱਧ ਨਹੀਂ ਘਟਾਉਂਦੇ। ਸਾਡੀ ਕਮੀ ਪੇਸ਼ੀ ਦੀ ਵਜ੍ਹਾ ਨਾਲ ਦੁੱਧ ਘਟਾਉਂਦੇ। ਤੁਹਾਡਾ ਤਜਰਬਾ ਡਾਕਟਰਾਂ ਦੇ ਨਾਲ ਦਾ ਹੈ। ਬਿਲਕੁਲ। ਕੱਲ੍ਹ ਦੀ ਗੱਲ ਹੈ, ਡਾਕਟਰ ਹਾਲਤ ਪਰਵੇਜ਼ ਕਹਿੰਦਾ ਜੀ ਅਗਰ ਸਰਦੀ 'ਚ ਵੀ ਜਾਨਵਰ ਦੀ ਖੁਰਾਕ ਪੂਰੀ ਕਰੀਏ ਕੋਈ ਜਾਨਵਰ ਐਕਸ ਡਾਇਰੈਕਟਰ ਲਾਈਫ ਸਟਾਕ ਹੈ ਡਾਕਟਰ ਦੁੱਧ ਨਹੀਂ ਘਟਦਾ। ਮੈਂ ਇਹ ਤਜਰਬਾ ਖੁਦ ਕਰਕੇ ਵੇਖਿਆ, ਆਪੇ ਸਾਰਾ ਕੁਝ ਕਰਨਾ ਪਿਆ। ਦਸਤੀ ਮੈਂ 25 ਜਾਨਵਰ ਇਕੱਲੇ ਬੰਦੇ ਰੱਖੇ ਨੇ, ਮਲਾਦ ਮੇਰਾ ਦੌੜ ਗਿਆ। ਠੀਕ ਹੈ। ਉਹ ਵੀ ਨਹੀਂ ਆ ਰਿਹਾ, 2 ਮਹੀਨੇ ਤੋਂ ਗਿਆ ਛੁੱਟੀ ਤੇ ਆਇਆ ਹੀ ਨਹੀਂ। ਤੁਸੀਂ ਇਕੱਲੇ ਬੰਦੇ? ਮੈਂ ਇਕੱਲਾ ਬੰਦਾ ਪਿਆ ਕਰਨਾ ਇੱਥੇ 26 ਜਾਨਵਰ ਸਿੰਗਲ ਹੈਂਡ ਮੈਂ ਸੰਭਾਲ। ਮੈਂ ਕੋਈ ਬੱਚਾ ਬੇਟਾ ਇੱਧਰ ਨਹੀਂ ਆਉਂਦਾ ਪੜ੍ਹਦੇ ਨੇ। ਠੀਕ ਹੈ। ਦੁੱਧ ਕਿੰਨਾ ਦੇ ਰਹੇ ਜਾਨਵਰ? ਦੁੱਧ ਇਸ ਵੇਲੇ ਅੱਜ ਕੱਲ੍ਹ ਤੇ ਸਵਾ ਮਾਣੇ 9 ਗਾਈਆਂ ਸੂਣ ਵਾਲੀਆਂ ਨੇ। ਅੱਛਾ। 5 ਗਾਈਆਂ ਦੁੱਧ ਦਿੰਦੀਆਂ ਨੇ। 5 ਗਾਈਆਂ ਤੋਂ ਸਵਾ ਮਣ ਡੇਲੀ ਲੈ ਰਹੇ ਹੋ? ਔਰ ਸਵਾ ਮਣ ਤਕਰੀਬਨ 2-3 ਜਿਹੜੀਆਂ ਨੂੰ ਮੈਨੂੰ ਅਸੀਂ ਕਹਿੰਦੇ ਨੇ ਮੋਚੜ ਨੇ, ਉਹ ਕੋਈ 2.5 ਕਿਲੋ, 1.5 ਕਿਲੋ, 2 ਕਿਲੋ ਦਿੰਦੀ ਪਈ ਆ। 4 ਗਾਈਆਂ ਸਾਡੀਆਂ ਜਿਹੜੀਆਂ ਨੇ ਇਹ ਦੁੱਧ ਪੀਂਦੀਆਂ। ਠੀਕ ਹੈ। ਓਵਰਆਲ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਤੁਹਾਨੂੰ ਇਹਨਾਂ ਦੇ ਦੁੱਧ ਦੇ ਇਲਾਵਾ ਬੱਚੇ ਵੀ ਹਾਸਲ ਹੋ ਰਹੇ ਨੇ? ਬਿਲਕੁਲ। ਇਹਨਾਂ 'ਚ ਇਸ ਵਾਰੀ ਅਸੀਂ ਅੱਲਾਹ ਸਾਨੂੰ ਕੋ 12-13 ਬੱਚੀਆਂ ਬੱਚੇ ਵੇਚੇ ਨੇ। ਠੀਕ ਹੈ। ਉਹ 3-4 ਲੱਖ ਰੁਪਏ ਦੇ ਹੁਣ ਅੱਗੋਂ ਫੇਰ ਨੇ। ਠੀਕ ਹੈ। ਕੋ 8-10 ਤਿਆਰ ਨੇ ਹੋਰ ਅੱਗੋਂ। ਠੀਕ ਹੈ। ਲੇਕਿਨ ਉਹ ਗੱਲ ਉਹ ਹੀ ਹੈ ਕਿ ਮਿਹਨਤ ਮੁਸ਼ੱਕਤ ਕਰਨੀ ਪਏਗੀ ਲਾਜ਼ਮਨ। ਸਹੀ ਹੈ।
ਇੱਕ ਗਾਏ ਇੱਕ ਸਾਲ ਚ ਕਿੰਨਾ, ਇੱਕ ਸੂਬੇ ਚ ਕਿੰਨਾ ਦੁੱਧ ਦੇ ਜਾਂਦੀ, ਕਿੰਨੇ ਉਹ ਪੈਸੇ? ਗਾय ਮੁਸਲਿਮ ਪੈਸੇ ਦੀ ਹੈ, ਕੋਈ ਗਾय 12 ਕਿਲੋ ਦਿੰਦੀ ਹੈ, ਦਿਨ 'ਚ ਕਿਲੋ, ਕੋਈ 18 ਕਿਲੋ ਦਿੰਦੀ ਹੈ, ਕੋਈ 22 ਦਿੰਦੀ ਹੈ, ਕੋਈ 30 ਵੀ ਦਿੰਦੀ ਹੈ, ਕੋਈ 35 ਵੀ ਦਿੰਦੀ ਹੈ। ਲੇਕਿਨ ਮੇਰੇ ਕੋਲ ਐਸਐਮ ਜਿਹੜੀਆਂ ਨੇ ਸਿਰਫ 20-22 ਕੇਜੀ ਵਾਲੀਆਂ ਨੇ, ਇਸ ਤੋਂ ਉੱਤੇ ਵਾਲੀਆਂ ਜਿਹੜੀਆਂ ਇੱਕ ਦੋ ਗਾਈਆਂ ਸਾਨੂੰ ਜ਼ਾਇਆ ਹੋ ਗਈਆਂ, ਅੱਛਾ ਬਿਮਾਰ ਹੁੰਦੀ ਵਜ੍ਹਾ ਨਾਲ। ਠੀਕ ਹੈ। ਇਸ ਤੋਂ ਇਲਾਵਾ ਗਾਈਆਂ ਲੈਸ ਤੋਂ ਹੈਵੀ ਨਹੀਂ, ਨਾਲੇ ਕੁਝ ਮਹਿੰਗੀਆਂ ਬੜੇ ਜਾਨਵਰ ਹੋ ਗਏ। ਠੀਕ ਹੈ। ਇੱਕ ਗਾਏ ਕਿੰਨਾ ਪ੍ਰੋਫਿਟ ਦੇ ਜਾਂਦੀ ਸਾਲ ਚ? ਪ੍ਰੋਫਿਟ ਠੀਕ ਤੁਹਾਨੂੰ ਤਾਂ ਸਮਝ ਲਓ ਕਿ 500 ਰੁਪਏ ਪਰ ਹੈਡ ਪਰ ਡੇ ਦੇ ਜਾਂਦੀ ਗਾਂ। ਇੱਕ ਹਾਂ ਜਾਨਵਰ ਇੱਕ ਜਾਨ ਜੀ। ਭਾਈ ਸਾਹਿਬ ਤੁਸੀਂ ਮਾਸ਼ਾਅੱਲਾ ਦੱਸਿਆ ਕਿ ਤੁਹਾਡੇ ਕੋਲ ਇਸ ਟਾਈਮ ਲਗਭਗ 30 ਜਾਨਵਰ ਨੇ, ਹਾਂ ਤੇ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਇਕੱਲਿਆਂ? ਸਾਰੇ ਇੱਥੇ ਕੋਈ 12-13 ਘੰਟੇ ਮੈਂ ਡਿਊਟੀ ਦੇ ਰਹੀ। ਰੂਟੀਨ ਦੱਸੋ ਜ਼ਰਾ ਆਪਣੀ। ਰੂਟੀਨ ਜਿਹੜੀ ਸਵੇਰ 6 ਨਮਾਜ਼ ਤੋਂ ਬਾਅਦ ਇੱਥੇ ਆ ਜਾਈਦਾ, ਹੂੰ। ਤੇ 10-10:30 ਵਜੇ ਤੋਂ ਫਾਰ ਹੋ ਕੇ ਚਲੇ ਜਾਈਦਾ, ਫਿਰ 4 ਵਜੇ 4:30 ਵਜੇ ਆ ਜਾਈਦਾ, 8-9 9:30 ਵਜੇ ਹੋ ਜਾਂਦਾ। ਤੇ ਕਿਆ ਤੁਸੀਂ ਇਕੱਲੇ ਹੱਥ ਸਾਰਿਆਂ ਨੂੰ ਅੱਛਾ ਮੈਨੇਜ ਕਰ ਰਹੇ ਹੋ? ਬਿਲਕੁਲ ਕੱਲ ਫਿਲਹਾਲ ਤਾਂ ਮੈਂ ਕਰਨਾ ਪਿਆ, ਟੋਟਲੀ ਖੁਦ ਕਰਨਾ ਪਿਆ। ਤੁਸੀਂ ਵੇਖਿਆ ਹੀ ਇੱਥੇ ਕੋਈ ਬੰਦਾ ਨਹੀਂ। ਬੜੀ ਗੱਲ ਹੈ, ਤੁਸੀਂ ਤੇ ਫਿਰ ਮੁਜਾਹਦ ਆਦਮੀ ਹੋ। ਤੇ ਉਹ ਮੁਸ਼ੱਕਤ ਕਰੀ ਦੀ ਹੈ, ਬਾਲ ਸਹੀ ਬੱਚਿਆਂ ਹੈ। ਵਾਸਤੇ ਮਿਹਨਤ ਕਰਨੀ ਪੈਂਦੀ ਹੈ। ਭਾਈ ਸਾਹਿਬ ਇਸ ਟਾਈਮ ਤੁਹਾਡੇ ਕੋਲ ਜਿਹੜੀਆਂ ਗਾਈਆਂ ਨੇ ਉਹਨਾਂ ਦੀ ਨਸਲ ਕਿਹੜੀ ਕਿਹੜੀ ਹੈ? ਐਸੇ ਸਟੇਰੀਅਨ ਨੇ, ਫਰੀਜ਼ਨ ਜਿਹਨੂੰ ਅਸੀਂ ਕਹਿੰਦੇ ਆ, 2-3 ਜਿਹੜੀਆਂ ਨੇ ਨਿਊ ਜਰਸੀ ਅਮਰੀਕਨ ਨੇ, ਤੇ ਕੋਈ 3-4 ਸਾਡੇ ਆਪਣੇ ਸਾਈਵਾਲ ਕ੍ਰਾਸ ਨੇ, ਪਨਮੋਚਰ ਨੇ। ਸਹੀ ਹੈ। ਕਾਰੋਬਾਰ ਵਾਸਤੇ, ਗਾਈਆਂ ਦੇ ਕਾਰੋਬਾਰ ਵਾਸਤੇ ਸਭ ਤੋਂ ਅੱਛੀਆਂ ਗਾਈਆਂ ਕਿਹੜੀਆਂ ਰਹਿੰਦੀਆਂ? ਸਭ ਤੋਂ ਅੱਛੀ ਗਾਈਆਂ ਤਾਂ ਸਾਡੀਆਂ ਵਰਲਡ 'ਚ ਮਸ਼ਹੂਰ ਨੇ, ਸਾਈਵਾਲ। ਫਿਰ ਕੀ ਗੱਲ ਹੈ ਕਿ ਤੁਸੀਂ ਦੂਸਰੀਆਂ ਵੀ ਰੱਖੀਆਂ ਨਾਲ? ਦੂਸਰੀਆਂ ਰੱਖੀਆਂ ਨੇ, ਤੇ ਸਾਈਵਾਲ ਜਿਹੜੀ ਇਹਨਾਂ ਨੂੰ ਆਲਾ ਨਸਲ ਮਿਲਦੀ ਨਹੀਂ ਪਈ, ਨਾ ਹੀ ਗਵਰਨਮੈਂਟ ਪ੍ਰੋਵਾਈਡ ਪੇ ਕਰਦੀ ਹੈ। ਬੜਾ ਇਸ਼ੂ ਤੁਹਾਂ ਰੇਜ਼ ਕੀਤਾ ਕਿ ਦਿੰਦੇ ਨਹੀਂ ਗਵਰਨਮੈਂਟ ਪਏ। ਨਹੀਂ ਪ੍ਰੋਵਾਈਡ ਕਰ ਰਹੀ, ਔਰ ਓਰੀਜਨਲ ਸਾਈਵਾਲ ਵੀ ਨਹੀਂ ਮਿਲ ਓਰੀਜਨਲ ਰਹੀ। ਸਾਈਵਾਲ ਨਹੀਂ ਪੇ ਮਿਲਦੀਆਂ। ਸਭ ਜੋ ਜਿਹੜੇ ਕ੍ਰਾਸ ਕਰੂਸ ਮੋਚਰ ਵਗੈਰਾ ਨੇ, ਇੱਧਰ ਉੱਧਰ ਇਹਨਾਂ ਦਾ ਪਤਾ ਕੋਈ ਨਹੀਂ, ਇੱਕ ਨਸਲ ਦੀ ਕੋਈ ਨਹੀਂ, ਉਹ ਆਉਂਦੀਆਂ, ਉਹ 10-12 ਤੋਂ ਉੱਤੇ ਜਾਂਦੀਆਂ ਨੇ, 10-12 ਕੇਜੀ ਦੁੱਧ ਨਹੀਂ ਪੀਂਦੇ। ਤੁਹਾਡੀ ਜੈਨੂਇਨ ਕਿਸਾਨ ਹੋਣ ਦੀ ਨਿਸ਼ਾਨੀ ਤੁਹਾਂ ਅਸਲ ਮਸਲਾ ਹਾਂ, ਦੱਸਿਆ। ਤੇ ਗਵਰਨਮੈਂਟ ਜਿਹੜੀ ਨੂੰ ਬਿਲਕੁਲ ਪ੍ਰੋਵਾਈਡ ਨਹੀਂ ਕਰਦੀ। ਜੀ ਆਈ ਸਾਹਿਬ ਇਹ ਦੱਸੋ ਕਿ ਜਿਹੜੀਆਂ ਤੁਹਾਡੇ ਕੋਲ ਦੂਸਰੀਆਂ ਬਾਹਰ ਦੀਆਂ ਨਸਲਾਂ ਨੇ ਉਹ ਸਾਡੇ ਮਾਹੌਲ 'ਚ ਐਡਜਸਟ ਹੋ ਜਾਂਦੀਆਂ ਨੇ? ਬਿਲਕੁਲ ਹੋ ਗਈਆਂ ਨੇ। ਜਸ ਪਹਿਲੇ ਤੇ ਤੰਗ ਕਰਦੀਆਂ ਸੀ, ਸਹੀ ਲੇਕਿਨ ਹੈ। ਜੋ ਲਿਆਂਦੀਆਂ ਨੂੰ 2-3-4 ਸਾਲ ਹੋ ਗਏ ਨੇ ਇੱਥੇ, ਉਹ ਮੇਰੇ ਕੋਲ ਨੇ। ਉਹ ਪਹਿਲੇ adjust ਕਰਦੀਆਂ। ਕੀ ਤੰਗ ਕਰਦੀਆਂ ਰਹੀਆਂ? ਪਹਿਲੇ ਉਹ ਜਿਹੜੀਆਂ ਨੇ ਗਰਮੀ ਬੜਾ ਮਹਿਸੂਸ ਕਰਦੀਆਂ ਸੀ, ਉਹ ਐਡੀ ਜ਼ਬਾਨ ਲੰਬੀ ਜ਼ਬਾਨ ਕੱਢ ਲੈਂਦੀਆਂ ਗਰਮੀ 'ਚ, ਤੇ ਉਹ ਖਾਣਾ ਪੀਣਾ ਘੱਟ ਜਾਂਦੀਆਂ ਸਨ, ਦੁੱਧ ਘਟਾ ਜਾਂਦੀਆਂ ਨੇ ਉਹ। ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਐਡਜਸਟ ਕੀਤਾ? ਕੀ ਇਲਾਜ ਫਿਰ ਕੀਤਾ? ਉਹ ਜ਼ਿਆਦਾ ਇਲਾਜ ਤਾਂ ਉਹਨਾਂ ਡਾਕਟਰਾਂ ਨੇ ਜਿਹੜਾ ਦੱਸਿਆ ਉਹ ਕੀਤੇ ਨਾ ਸਨ। ਸਹੀ ਹੈ। ਕੋਈ ਡਾਕਟਰਾਂ ਕੋਲ ਮਸ਼ਵਰਾ ਲਿਆ, ਕੁਝ ਆਪਣੇ ਵੱਡਿਆਂ ਕੋਲ ਮਸ਼ਵਰਾ ਲਏ ਨੇ। ਉਹ ਕੋਈ ਉਹਨਾਂ ਨੂੰ ਐਸਾ ਉਹਨਾਂ ਦੀ ਖੁਰਾਕ ਬਣਾਈ ਹੈ ਕਿ ਉਹ ਜਿਹੜੀ ਗਰਮੀ ਮਹਿਸੂਸ ਕਰਦੀਆਂ ਸੀ ਉਹ ਤਕਰੀਬਨ ਖਤਮ ਹੋ ਗਈ ਸਹੀ ਹੈ। ਉਹਨਾਂ ਦੀ। ਕਿਆ ਤੁਸੀਂ ਗਾਈਆਂ ਰੱਖ ਕੇ ਮੁਤਮਿਨ ਹੋ ਇਸ ਕੰਮ ਤੋਂ ਕਿ ਬਿਹਤਰੀਨ ਹੈ, ਯਾਨੀ ਅਗਰ ਮੱਝਾਂ ਨਹੀਂ ਵੀ ਨੇ ਤਾਂ ਫਿਰ ਵੀ ਦੁੱਧ ਵਿਕ ਜਾਂਦਾ ਹੈ? ਬਿਲਕੁਲ ਦੁੱਧ ਮੇਰਾ ਇੱਥੇ ਵਿਕ ਜਾਂਦਾ ਸਰਕਾਰ। ਅੱਛਾ। ਅੱਛਾ ਖੜੇ ਖਲੋਤਾ, ਮੈਂ ਤਾਂ ਬਾਹਰ ਨਹੀਂ ਜਾਣਾ। 90% ਕਿਸਾਨ ਸਾਨੂੰ ਕਹਿੰਦੇ ਨੇ, ਫਾਰਮਰ ਕਹਿੰਦੇ ਨੇ ਕਿ ਗਾਈਆਂ ਦਾ ਦੁੱਧ ਮਸਲਾ ਕਰਦਾ ਹੈ। ਤੁਹਾਡੀ ਕੀ ਰਾਏ ਵੇ? ਦੇਖੋ ਸ਼ਹਿਰ ਦੇ ਵਿੱਚ ਕਿਸੇ ਕਿਸਮ ਦਾ ਦੁੱਧ, ਬੱਕਰੀਆਂ ਦਾ ਵੀ ਗਾਈਆਂ ਦਾ ਵੀ ਸਭ ਸੇਲ ਹੋ ਜਾਂਦਾ। ਨਵਾਂ ਇਲਾਕਿਆਂ ਵਿੱਚ ਹੈ ਵੀ ਉੱਥੇ ਰੇਟ ਵਾਲਾ ਨਹੀਂ ਪਿਆ ਮਿਲਦਾ ਮੁਨਸਬ ਗਾਈਆਂ ਦੇ ਦੁੱਧ ਦਾ। ਜੇ ਮੱਝਾਂ ਦਾ 80-90 ਵੇ ਤੇ ਗਾਈਆਂ ਉੱਥੇ 55-60 ਰੁਪਏ ਦਾ ਦੁੱਧ ਨਿਕਲ ਜਾਂਦਾ। ਔਰ ਅੱਜ ਅਸੀਂ 110 ਰੁਪਏ ਦੇ ਰਹੇ ਹਾਂ ਗਾਏ ਦਾ ਗਾਏ ਦਾ 110 ਰੁਪਏ। 110 ਰੁਪਏ ਦੁੱਧ ਦੇ ਰਹੇ ਹਾਂ। ਔਰ ਤੁਸੀਂ ਚੂੰਕਿ ਸਾਹਮਣੇ ਖਾਲ- ਚੌਕ ਦੇ ਰਹੇ ਹਾਂ ਖਾਲਸ ਦਿੰਦੇ ਹੋਵੋਗੇ ਇਸ ਸਾਹਮਣੇ ਵੇਲੇ। ਸਾਹਮਣੇ ਨਾ ਕੱਢ ਕੇ ਜੀ ਜਿਹੜਾ। ਯਾਨੀ ਕਿ ਅਗਰ ਕੋਈ ਬੰਦਾ ਗਾਈਆਂ ਵੀ ਰੱਖੇ ਸ਼ਹਿਰ ਇਲਾਕੇ ਵਿੱਚ ਤਾਂ ਫਿਰ ਵੀ ਉਹ ਕਾਮਯਾਬ ਹੈ। ਬਿਲਕੁਲ ਕਾਮਯਾਬ। ਮੱਝਾਂ ਤੇ ਵੈਸੇ ਹੀ ਉਹਨਾਂ ਦਾ ਦੁੱਧ ਤੇ 140-150 ਰੁਪਏ ਦਿੰਦੇ ਨੇ ਖਾਲਸ ਚੌਕ ਅੱਛਾ, ਕੋਲ ਖਲੋ ਕੇ ਕੋਲ ਖਲੋ ਕੇ। ਜ਼ਿੰਦਾਬਾਦ। ਸਹੀ ਹੋ ਗਿਆ। ਅੱਛਾ ਆਈ ਸਾਹਿਬ ਤੁਸੀਂ ਦੱਸੋ ਕਿ ਤੁਹਾਨੂੰ ਸਾਲਾਨਾ ਇਹਨਾਂ ਵੱਡਿਆਂ ਡੰਗਰਾਂ ਤੋਂ ਕਿੰਨੇ ਕੁ ਹੋਰ ਪ੍ਰੋਫਿਟ ਮਿਲ ਜਾਂਦੀ ਹੈ ਛੋਟੇ ਡੰਗਰਾਂ ਦੀ ਮੱਦ 'ਚ? ਦੇਖੋ 4-5 ਲੱਖ ਰੁਪਏ ਜਿਹੜਾ ਨਾ ਉਹ ਜੋ ਲੱਗ ਮੇਰੇ ਕੋਲ ਜਾਨਵਰ ਥੋੜੇ ਨੇ, ਸਹੀ ਹੈ। ਜਗ੍ਹਾ ਦੀ ਕਿੱਲਤ ਦੀ ਵਜ੍ਹਾ ਨਾਲ, ਸਹੀ ਹੈ। ਤੇ ਫਿਰ ਵੀ 4-5 ਲੱਖ ਰੁਪਏ ਐਕਸਟਰਾ ਮੈਨੂੰ ਦੇ ਜਾਂਦੇ। ਯਾਨੀ ਉਹਨਾਂ ਦੇ ਛੋਟੇ ਬੱਛੜੇ ਵਗੈਰਾ? ਹਾਂ ਬੱਛੜੀਆਂ ਬੱਛੜੇ। ਬਛੜੀਆਂ ਆਪੀ ਘਰ ਰੱਖ ਲੈਂਦੇ ਹੋ ਜਾਂ ਵੇਚ ਛੱਡਦੇ ਹੋ? ਨਹੀਂ ਉਹ ਕੋ ਮੁਨਾਸਿਬ ਪੈਸੇ ਮਿਲਣ ਤੇ ਬੱਛੜੀਆਂ ਵੀ ਦੇ ਛੜੀਆਂ। ਔਰ ਬੱਚੇ ਬੱਚੇ ਤੇ ਵੈਸੇ ਹੀ ਫਾਰ ਸੇਲ ਹੀ ਹੁੰਦੇ ਨੇ ਅੱਗੇ। ਕਿੰਨੇ ਦੇ ਕਰਕੇ ਵੇਚਦੇ ਹੋ? ਕਿੰਨੇ ਮਹੀਨੇ ਦੇ? ਉਹ ਕੋਈ ਸਾਲ ਦਾ ਹੋ ਜਾਏ ਤੇ ਚਲੋ ਤੁਹਾਨੂੰ ਮੁਨਾਸਿਬ ਪੈਸੇ ਦੇ ਜਾਂਦਾ। ਤੇ 6 ਮਹੀਨੇ ਦੇ ਕਿਉਂ ਨਹੀਂ ਵੇਚਦੇ? 6 ਮਹੀਨੇ ਦੇ ਇਸ ਵੈਸੇ ਨਹੀਂ ਵੇਚਦੇ ਕਿ ਕਿਤੇ ਉਹ ਵੈਸੇ ਗਾਈਆਂ ਉਨੀ ਦਿਨ ਨੂੰ ਦੁੱਧ ਉਹਨਾਂ ਨੂੰ ਪਿਲਾਉਣਾ ਹੁੰਦਾ, ਉਹਨਾਂ ਨੂੰ ਦੁੱਧ ਨਹੀਂ ਛੱਡਿਆ। ਜੇ ਉਹਨਾਂ ਨੂੰ ਵੇਚ ਛੜੀਏ ਤੇ ਗਾਈਆਂ ਦੁੱਧ ਨਹੀਂ ਦੇਣੀਆਂ, ਤੰਗ ਕਰਦੀਆਂ। ਆਈ ਸਾਹਿਬ ਇੱਕ ਬੜਾ ਅਹਿਮ ਸਵਾਲ ਹੈ, ਅਗਰ ਤੁਸੀਂ ਗਾਈ ਦੇ ਥੱਲਿਓਂ ਬਛੜਾ ਕੱਢ ਲੈਂਦੇ ਹੋ ਉਹਦੀ ਦੁੱਧ ਦੀ ਮਿਕਦਾਰ ਕਿਸ ਤਰ੍ਹਾਂ ਦੀ ਰਹਿੰਦੀ ਹੈ? ਫਿਰ ਕਿਆ ਸੇਮ ਦੁੱਧ ਰਹਿੰਦਾ ਹੈ, ਘਟਦਾ ਹੈ ਜਾਂ ਵੱਧਦਾ ਹੈ, ਜਾਂ ਕੀ ਉਹਦੀ ਬੱਚਾ ਪ੍ਰੋਬਲਮ? ਕੱਢੇ ਤੋਂ ਮਰਾਦ ਕੇ ਬੱਚਾ ਅਸੀਂ ਵੇਚ ਛੜੀਏ ਜਾਂ ਜੀ, ਬੱਚਾ ਵੇਚ ਦਾਇਆ ਛੜੋ। ਹੋ ਜਾਏ। ਜੇ ਬਛੜਾ ਅਗਰ ਤੁਸੀਂ ਸਾਈਡ ਤੇ ਕਰ ਦਿੱਤਾ ਗਾਈ ਤੋਂ, ਮੈਂ ਕੁਝ ਮਰ ਜਾਏ, ਦਾਇਆ ਹੋ ਜਾਏ, ਜੀ, ਜਾਂ ਜੀ। ਕੋਈ ਪਦਾਇਸ਼ ਦੇ ਦੌਰਾਨ ਹੀ ਬੱਚਾ ਦਾਇਆ ਵੀ ਹੋ ਜਾਂਦਾ ਜਾਂ ਵੇਚ ਛੜੋ। ਹਾਂ ਵੇਚ ਛੜੋ। ਲੇਕਿਨ ਉਹ ਉਹਦੇ ਵਿੱਚ ਥੋੜੀ ਜਿਹੀ ਵੰਡੇ ਦੀ ਮਿਕਦਾਰ ਵਧਾਉਣੀ ਪੈਂਦੀ ਤਾਂ ਕਿ ਜਾਨਵਰ ਆਪਣੇ ਦੁੱਧ ਦੀ ਮਿਕਦਾਰ ਪੂਰੀ ਰੱਖੇ, ਸਹੀ ਹੈ। ਉਹ ਕਮੀ ਪੇਸ਼ੀ ਨਾ ਆਏ ਕੋਈ। ਯਾਨੀ ਕਿ ਦੁੱਧ ਤੁਹਾਡਾ ਖਰਾਬ ਨਹੀਂ ਹੁੰਦਾ? ਨਹੀਂ, ਗਾਈ ਜਿੰਨਾ ਕਿਸੇ ਦੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ। ਬੱਚਾ ਜ਼ਾਇਆ ਹੋ ਜਾਏ ਜਾਂ ਨਾ ਹੋਵੇ, ਜਾਂ ਅਗਰ ਜ਼ਾਇਆ ਹੋ ਜਾਂਦਾ ਹੈ ਫਿਰ ਤਾਂ ਚਲੋ ਇੱਕ ਉਹ ਫਿਰ ਇੱਕ ਕੁਦਰਤੀ ਅਮਰ ਹੋ ਗਿਆ ਨਾ ਉਹ। ਤੁਸੀਂ ਕਿਹਨੂੰ ਪ੍ਰੈਫਰ ਦਿੰਦੇ ਹੋ ਕਿ ਬਛੜਾ ਕਿੰਨੀ ਦੇਰ ਤੱਕ ਗਾਈ ਦੇ ਨਾਲ ਰੱਖਣਾ ਚਾਹੀਦਾ ਹੈ? ਬੱਚਾ ਕਮ ਤੋਂ 6 ਮਹੀਨੇ ਤੇ ਉਹਨੂੰ ਲਾਜ਼ਮੀ ਦੇਖਣਾ ਹੈ ਨਾ। ਉਹਨੂੰ ਉਹਦੇ ਵਾਸਤੇ ਕਿੰਨੇ ਥਣ ਰਿਜ਼ਰਵ ਕਰ ਛੱਡਦੇ ਹੋ ਕਿ? ਬਿਲਕੁਲ ਮੈਂ ਜ਼ਾਤੀ ਤੌਰ ਤੇ ਸਿਰਫ ਇੱਕ ਥਾਂ ਤਰਫ ਕਰਨਾ। ਸਹੀ ਹੈ। ਇੱਕ ਥਾਂ ਕਾਫੀ ਹੈ। ਇੱਕ ਮਹੀਨੇ ਤੱਕ ਅਗਰ ਉਹ ਪੀ ਜਾਏ ਉਸ ਤੋਂ ਬਾਅਦ ਉਹ ਚਾਰਾ ਪੱਠਾ ਖਾਣੀ ਸ਼ੁਰੂ ਹੋ ਜਾਂਦਾ।
ਸਹੀ ਹੈ ਤੇ ਤੇ ਉਹਨੂੰ 6 ਮਹੀਨੇ ਦੇ ਬਾਅਦ ਲਾ ਕਰ ਦਿਓ ਗਾਈ ਤੋਂ 6 ਮਹੀਨੇ ਬਾਅਦ ਕਿ ਤੁਸੀਂ ਉਹਨੂੰ ਸੇਲ ਕਰ ਸਕਦੇ ਹੋ ਤੇ ਜਾਨ ਤੁਹਾਨੂੰ ਤੰਗ ਨਹੀਂ ਕਰੇਗਾ। ਦੁੱਧ ਕਿੰਨੀ ਦੇਰ ਤੱਕ ਪਿਲਾਉਂਦੇ ਹੋ ਗਾਈ ਦਾ? ਦੁੱਧ ਸਿਰਫ 2 ਮਹੀਨੇ ਜਾਂ 2.5 ਮਹੀਨੇ ਪੀਂਦਾ। ਸਹੀ ਹੋ ਗਿਆ। ਸਰ ਤੁਸੀਂ ਦੱਸਿਆ ਕਿ ਤੁਸੀਂ ਬਜ਼ੁਰਗਾਂ ਨੂੰ ਪੁੱਛਿਆ ਔਰ ਡਾਕਟਰਾਂ ਨੂੰ ਪੁੱਛਿਆ ਖੁਰਾਕ ਦੇ ਮਾਮਲੇ 'ਚ ਜੀ, ਜੀ। ਤੇ ਕਿਹੜੀ ਖੁਰਾਕ ਦੇ ਰਹੇ ਹੋ ਕਿ ਗਾਈਆਂ ਸੈੱਟ ਹੋ ਗਈਆਂ? ਉਹਦੇ ਵਿੱਚ ਜਿਹੜੀ ਗਰਮੀ ਦੀ ਸ਼ਿਕਾਇਤ ਸੀ ਉਹਦੇ ਵਿੱਚ ਮੈਂ ਤਾਰਾ ਮੀਰਾ ਤੇ ਸਰੋਂ ਮਿਕਸ ਕਰਕੇ ਜਿਹੜਾ ਨਾ ਪੀਸ ਕੇ ਪਾਊਡਰ ਬਣਾ ਕੇ ਦਿੰਦਾ ਰਿਹਾ। ਕਿਸ ਤਰੀਕੇ ਨਾਲ? ਉਹ ਕੋਈ 100 ਗ੍ਰਾਮ ਵੰਡੇ ਵਿੱਚ ਪਾ ਕੇ ਡੇਲੀ ਜਾਂ 150 ਗ੍ਰਾਮ ਡੇਲੀ ਪਾ ਕੇ ਦਿੰਦਾ ਰਿਹਾ ਉਹਨੂੰ। ਭੇ ਕੇ? ਨਾ ਜੀ ਖੁਸ਼ਕੀ 'ਚ ਭੇ ਲਵੋ ਜਾਂ ਖੁਸ਼ਕੀ 'ਚ ਪਾ ਲਓ। ਹੂੰ। ਤੇ ਉਹ ਮੈਂ ਤਾਂ ਖੁਸ਼ਕੀ ਪਾਣਾ ਤੇ ਆਦਾ ਮੰਡਾ ਉਹਦੇ ਵਿੱਚ ਛੋਟੀ ਛੋਟੀ ਦੇ 100-150 ਗ੍ਰਾਮ ਉਹ ਖਾ ਜਾਂਦਾ। ਸਰਦੀਆਂ 'ਚ ਖੁਸ਼ਕ ਪਾ ਰਹੇ ਹੋ ਤੇ ਗਰਮੀਆਂ 'ਚ ਖੁਸ਼ਕ ਪਾਉਂਦੇ ਹੋ? ਨਹੀਂ ਸਰਦੀ ਗਰਮੀ ਵੰਡਾ ਦਾ ਤੇ ਸਰਦੀ ਗਰਮੀ ਦਾ ਫਰਕ ਆ ਜਾਣਾ। ਗਰਮੀਆਂ 'ਚ ਮਕਈ ਆ ਜਾਣੀ, ਸਰਦੀਆਂ 'ਚ ਚਣੇ ਆ ਜਾਣੇ, ਹੂੰ। ਕਾਲੇ ਚਣੇ ਦਾ ਪਾਊਡਰ ਆ ਜਾਣਾ, ਠੀਕ। ਚੋਕਰ ਨਾਲ ਆ ਜਾਣਾ, ਨਾਲ ਖਲ ਗਰਮੀਆਂ 'ਚ ਕੌੜੀ ਖਾ ਲੇ ਅਰੀ ਜਿਹਨੂੰ ਸਰੋਂ ਦੀ ਖਲ ਕਹਿੰਦੇ ਆ, ਸਰਦੀਆਂ 'ਚ ਬੜੇਵੇਂ ਦੀ ਖਾ ਲੇ। ਠੀਕ ਹੈ ਉਹ ਤੇ ਥੋੜੀ ਬਹੁਤੀ ਤਬਦੀਲੀ ਜਾਣੀ ਆ। ਸਰ ਅਸੀਂ ਤੁਹਾਨੂੰ ਬੇਸ਼ੁਮਾਰ ਗੱਲਾਂ ਪੁੱਛੀਆਂ ਨੇ। ਅੱਛਾ ਇੱਕ ਹੋਰ ਗੱਲ ਵੀ ਤੁਹਾਨੂੰ ਦੱਸ ਦਵੋ ਕਿ ਜਿਹੜਾ ਤੁਸੀਂ ਇਹ ਸ਼ੈੱਡ ਬਣਾਇਆ ਵੇ ਜੀ ਜੀ। ਇਹ ਸ਼ੈੱਡ ਦੇ ਉੱਤੇ ਤੁਹਾਡਾ ਕਿੰਨਾ ਖਰਚ ਆਇਆ ਔਰ ਇਹ ਸਰਦੀਆਂ ਗਰਮੀਆਂ 'ਚ ਇਹਦੀ ਕੀ ਕੰਡੀਸ਼ਨ ਰਹਿੰਦੀ ਹੈ? ਕੋਈ ਸ਼ੈੱਡ ਅਸਾਂ ਬਣਾਇਆ ਵੇ ਤੇ ਇੱਕ 1.5 ਮਰਲੇ ਦੇ ਸ਼ੈੱਡ ਤੇ ਜਿਹੜਾ ਇਹਨੂੰ ਤਕਰੀਬਨ 50,000 ਰੁਪਏ ਖਰਚਾ ਹੈ। ਠੀਕ ਹੈ। ਕਿੰਨੀ ਦੇਰ ਪਹਿਲੇ ਬਣਾਇਆ ਸੀ? ਇਹ 4 ਸਾਲ ਪਹਿਲੇ ਬਣਾਇਆ ਸੀ। ਸਹੀ ਹੋ 5 ਗਿਆ। ਸਾਲ ਪਹਿਲੇ। ਠੀਕ ਹੈ। ਕੁਝ ਥੋੜੀ ਜਿਹੀ ਚਾਦਰਾਂ ਵਿੱਚ ਝਟਕੀਆਂ ਲੱਗੀਆਂ ਨੇ, ਲੀਕੇਜ ਕਰਕੇ ਮੈਂ ਤਬਦੀਲ ਕਰਨੀ ਹੈ। ਸਹੀ ਹੈ। ਅੱਛਾ ਇਹ ਸ਼ੈੱਡ ਦਾ ਤੁਹਾਡਾ ਖਰਚ ਤੁਹਾਂ 50,000 ਦੱਸਿਆ 4 ਸਾਲ ਪਹਿਲੇ। ਹਾਂ 4 ਸਾਲ। 4 ਸਾਲ ਦਾ ਤਜਰਬਾ ਇਸ ਲੋਹੇ ਦੇ ਸ਼ੈੱਡ ਦਾ ਕਿਹਦਾ ਰਿਹਾ? ਨਹੀਂ ਠੀਕ ਹੈ, ਲੇਕਿਨ ਅਗਰ ਚਾਦਰ ਦੀ ਜਿਹੜੀ ਹੈ ਨਾ ਕੁਆਲਿਟੀ ਬਿਹਤਰ ਹੋਏ ਤੇ ਕਹਿੰਦੇ ਨੇ ਕਿ ਸਰਦੀ 'ਚ ਤਾਂ ਚੱਲ ਜਾਂਦਾ ਲੇਕਿਨ ਗਰਮੀ 'ਚ ਹੀਟ ਕਰਦਾ ਹੈ। ਹਾਂ ਗਰਮੀ 'ਚ ਹੀਟ ਕਰਦਾ ਹੈ, ਲੇਕਿਨ ਇਹਦੀ ਚਾਈ ਕਮ ਸੇ ਕਮ ਜਿਹੜੀ ਹੈ 14 ਫੁੱਟ ਹੋਣੀ ਚਾਹੀਦੀ, ਫਿਰ ਹੀਟ ਨਹੀਂ ਕਰਦਾ। ਸਹੀ ਹੈ। ਉਸ ਤੋਂ ਅਗਰ ਥੱਲੇ ਆਵੇ ਤੇ ਫਿਰ ਉਹ ਹੀਟ ਕਰੇਗਾ ਲਾਜ਼ਮੀ, ਕਿਉਂਕਿ ਸੂਰਜ ਦੀ ਗਰਮੀ ਪੈਣੀ ਹੈ, ਚਾਦਰਾਂ ਪਕੜੀਆਂ। ਭਾਈ ਸਾਹਿਬ ਬਹੁਤ ਸਾਰੀਆਂ ਗੱਲਾਂ ਪੁੱਛੀਆਂ ਨੇ। ਆਖਰੀ ਗੱਲ ਦੇ ਤੌਰ ਤੇ ਨਵੇਂ ਹਜ਼ਰਾਤ ਵਾਸਤੇ ਜਿਹੜੇ ਇਸ ਫੀਲਡ 'ਚ ਆਉਣਾ ਚਾਹੁੰਦੇ ਨੇ ਕੋਈ ਆਪਣੀ ਤਰਫੋਂ ਗੱਲ ਦੱਸੋ, ਤੋਹਫਾਤਨ ਜਿਹੜੀ ਸਦਕਾ ਜਾਰੀਆ ਬਣ ਜਿਹੜੀ ਗੱਲ ਤੁਹਾਡੀ ਲੋਕਾਂ ਵਾਸਤੇ ਫਾਇਦਾ ਦਿੰਦੀ ਰਹਿੰਦੀ ਦੁਨੀਆ ਤੱਕ, ਉਹ ਆਪਣੀ ਤਰਫੋਂ ਕੋਈ ਖਾਸ ਮਸ਼ਵਰਾ ਨਵੇਂ ਕਿਸਾਨ ਨੂੰ ਜਿਹੜਾ ਇਸ ਫੀਲਡ 'ਚ ਆਉਣਾ ਚਾਹੁੰਦਾ? ਖਾਸ ਮੈਂ ਤਾਂ ਇਹੋ ਹੀ ਹੈ ਕਿ ਇਹਨਾਂ ਦੀ ਸੇਵਾ ਕਰੋ ਸਹੀ ਕਰਕੇ। ਠੀਕ ਹੈ। ਜੇ ਤੁਸੀਂ ਰੱਖੇ ਨੇ ਜਾਨਵਰ ਤੇ ਉਹਨਾਂ ਦੀ ਦੇਖਭਾਲ ਮੁਨਾਸਿਬ ਕਰੋ। ਵੈਸੇ ਹੀ ਇਹਨਾਂ ਦੀ ਦੇਖਭਾਲ ਕਰਨਾ ਅੱਜ ਹਿਸਾਬ ਦਾ ਕੰਮ ਹੈ। ਹੈ ਠੀਕ। ਕੰਮ ਹੈ ਤੇ ਉਹਨਾਂ ਨੂੰ ਪਾਓ, ਦੇਖਭਾਲ ਇਹਨਾਂ ਦੀ ਸੰਭਾਲੋ ਇਹਨਾਂ ਨੂੰ ਤੇ ਅੱਗੋਂ ਇਨਸ਼ਾਅੱਲਾ ਇਹਨਾਂ ਵਿੱਚ ਕੋਈ ਨੁਕਸਾਨ ਕੋਈ ਨਹੀਂ। ਅਗਰ ਕੋਈ ਦੋਸਤ ਤੁਹਾਡੇ ਨਾਲ ਗੱਲਬਾਤ ਕਰਨ ਦਾ ਇਸ਼ਤਿਆਕ ਰੱਖਦਾ ਹੈ ਕਿਆ ਤੁਹਾਡੇ ਨਾਲ ਰਾਬਤਾ ਕਰ ਸਕਦਾ ਹੈ? ਹਾਂ ਬਿਲਕੁਲ ਕਰ ਸਕਦੇ। ਕੋਈ ਨੰਬਰ ਵਗੈਰਾ? ਮੇਰਾ ਨੰਬਰ 0300 ਜੀ 611 8088। ਬਹੁਤ ਸ਼ੁਕਰੀਆ ਸਰ। ਅਸਲਾਮ।